मॉर्निंग एवरीबॉडी दिस इज़ मी प्रीत येट अगेन और मैं ਤੁਹਾਡੇ ਨਾਲ ਗੱਲ ਕਰ ਰਹੀ ਹਾਂ फ्रॉम दिस विलेज कॉल जोनो ग्रोथ्स और ਅੱਜ है तीसरा दिन ऑफ द NC 500 रोड ट्रिप और मैं जा रही ਹਾਂ ਵਾਕ ਲਈ ਸੀ ਸਾਈਡ ਤੇ ਜਿਹੜੀ ਬਿਲਕੁਲ ਪਾਣੀ ਜਿਹੜਾ ਹੈ ਇੱਥੋਂ 2-3 ਮਿੰਟ ਦੀ ਵਾਕ ਤੇ ਹੈ ਮੌਸਮ ਜਿਹੜਾ ਹੈ ਪਲੇਜ਼ੈਂਟ ਸੀ ਬਟ ਇੱਕਦਮ ਸਨੋ ਜਿਹੜੀ ਹੈ ਉਹ ਪੈਣੀ ਸ਼ੁਰੂ ਹੋ ਗਈ ਹੈ ਨੇਚਰ ਗੱਲ ਕਰ ਰਹੀ ਹੈ Let's enjoy that first. ਮੌਸਮ ਹੋ ਗਿਆ ਜ਼ਿਆਦਾ ਖਰਾਬ ਐਂਡ ਆਈ ਹੈਡ ਟੂ ਰਸ਼ ਬੈਕ ਟੂ ਦੀ Airbnb ਬਿਕਾਜ਼ ਜਦੋਂ ਮੈਂ ਗਈ ਸੀ ਉਦੋਂ ਤੇ ਪੂਰੀ ਧੁੱਪ ਸੀ ਹਾਲਾਂਕਿ ਹਲਕੀ ਹਲਕੀ ਸਨੋ ਦਾ ਫੋਰਕਾਸਟ ਸੀ ਬਟ ਹੁਣ ਤੇ ਕੁਝ ਜ਼ਿਆਦਾ ਹੀ ਸ਼ੁਰੂ ਹੋ ਗਈ ਹੈ ਸੋ ਆਈ ਹੈਡ ਟੂ ਰਸ਼ ਬੈਕ ਸਾਡੇ ਸਾਥ ਮੈਂ ਵਾਪਸ ਆਈ ਸੀ 9:45 ਦਾ ਟਾਈਮ ਹੈ ਬ੍ਰੇਕਫਾਸਟ ਖਾ ਕੇ ਅਸੀਂ 10 ਵਜੇ ਚੈੱਕਆਊਟ ਕਰਨੇ ਇਸ ਜਗ੍ਹਾ ਤੋਂ ਐਂਡ ਲੁੱਕ ਐਟ ਦ ਚੇਂਜ ਇਨ ਦ ਵੈਦਰ ਐਟ ਦ ਵਾਈਟ ਲੇਅਰ ਦੈਟ ਇਜ਼ ਆਊਟਸਾਈਡ ਨਾਓ ਚੈੱਕਆਊਟ ਹੋ ਗਿਆ ਔਰ ਹੁਣ ਅਸੀਂ ਪਹੁੰਚ ਗਏ ਹਾਂ ਸਾਈਨ ਪੋਸਟ ਦੇ ਕੋਲ ਆਫ ਜੋਨੋ ਗਰੋਥਸ ਬਿਕਾਜ਼ ਲੈਂਡਸ ਐਂਡ ਜਿਹੜਾ ਹੈ ਉਹ ਬਿਲਕੁਲ ਹੈ ਸਦਰਨ ਐਂਡ southern tip of Great Britain और John O'Groats है northern end of the Great Britain ਜਿੱਦਾਂ ਕਸ਼ਮੀਰ ਟੂ ਕੰਨਿਆਕੁਮਾਰੀ ਕਹਿੰਦੇ ਆ ਨਾ ਸੋ ਇਹ ਗ੍ਰੇਟ ਬ੍ਰਿਟਨ ਦਾ ਕਸ਼ਮੀਰ ਜੌਨ ਓਗਰੋਥਸ ਦੀ ਗੱਲ ਕਰਾਂ ਤੇ ਇਸ ਜਗ੍ਹਾ ਦਾ ਨਾਮ ਇਸ ਕਰਕੇ ਪਿਆ ਹੈ ਕਿਉਂਕਿ ਕਹਿੰਦੇ ਕਿ 15th ਸੈਂਚੁਰੀ ਇੱਕ ਡਚਮੈਨ ਸੀ ਜੈਨ ਡੇ ਗਰੂਟ ਜੋ ਨਾ ਫੈਰੀ ਲੈ ਕੇ ਜਾਂਦੇ ਸੀ ਮੇਨ ਜਿਹੜੀ ਸਕਾਟਿਸ਼ ਹਾਈਲੈਂਡ ਨੂੰ ਇਸ ਜਗ੍ਹਾ ਤੋਂ ਔਰ ਉਹ ਨਾਰਮਲੀ ਚਾਰਜ ਕਰਦੇ ਸੀ ਗਰੋਥ ਜਿਹੜਾ ਹੈ ਉਹਦਾ ਮਤਲਬ ਹੈ ਸਿਲਵਰ ਕੋਇਨ ਔਰ ਉਹ ਕਿਉਂਕਿ ਇਹ ਚਾਰਜ ਕਰਦੇ ਸੀ ਸੋ ਜੌਨ ਗਰੋਥਸ ਦਾ ਨਾਮ ਉਸ ਜਗ੍ਹਾ ਤੋਂ ਆਇਆ ਮੌਸਮ ਹੋ ਚੁੱਕਿਆ ਹੈ ਬਹੁਤ ਜ਼ਿਆਦਾ ਖਰਾਬ ਤੁਸੀਂ ਦੇਖ ਹੀ ਰਹੇ ਹੋ ਕਿ ਸਨੋ ਕਿੰਨੀ ਜ਼ਿਆਦਾ ਇੱਕਦਮ ਪੈਣੀ ਸ਼ੁਰੂ ਹੋ ਗਈ ਹੈ ਥਰਸੋ ਇਹ ਜਗ੍ਹਾ ਦਾ ਨਾਮ ਹੈ ਜਿੱਥੇ ਅਸੀਂ ਪਹੁੰਚੇ ਹਾਂ ਇੱਥੇ ਇੱਕ ਪੈਟਰੋਲ ਸਟੇਸ਼ਨ ਦਿਖਾਈ ਦਿੱਤਾ ਔਰ ਅਸੀਂ ਸੋਚਿਆ ਕਿ ਸਭ ਤੋਂ ਪਹਿਲਾਂ ਆਪਣਾ ਡੀਜ਼ਲ ਨੂੰ ਟੌਪ ਅਪ ਕਰਾਇਆ ਜਾਏ ਬਿਕਾਜ਼ ਦ ਵੈਦਰ ਕੰਡੀਸ਼ਨਸ ਆਰਟ ਵੈਰੀ ਸ਼ੋਰ ਕਿ ਕਿੱਥੇ ਸਾਨੂੰ ਲੈ ਕੇ ਜਾ ਰਹੇ ਹੈ ਡੀਜ਼ਲ ਟੌਪ ਅਪ ਕਰਵਾ ਕੇ ਦ ਜਰਨੀ ਕੰਟੀਨਿਊਜ਼ ਸਾਡੀ ਅਗਲੀ ਡੈਸਟੀਨੇਸ਼ਨ ਜਿਹੜੀ ਹੈ ਜੌਨ ਓਗਰੋਥਸ ਤੋਂ 1 ਘੰਟਾ 40 ਮਿੰਟ ਦੂਰ ਸੀ ਲੇਕਿਨ ਰਸਤਾ ਇੰਨਾ ਸੀਨਿਕ ਇੰਨਾ ਬਿਊਟੀਫੁਲ ਹੈ ਕਿ ਸਾਨੂੰ ਰੁਕ ਰੁਕ ਕੇ ਵੀਡੀਓਜ਼ ਔਰ ਪਿਕਚਰਸ ਲੈਣੀਆਂ ਪਈਆਂ ਸੋ ਦੈਟ ਦੇ ਕੈਨ ਬੀ ਵਿਦ ਅਸ ਫॉर एवर ਐਂਡ ਐਵਰ ਲੁੱਕ ਐਟ ਦ ਬਿਊਟੀ ਪਹੁੰਚ ਗਏ ਆਪਣੀ ਅਗਲੀ ਡੈਸਟੀਨੇਸ਼ਨ ਤੇ ਵਿਚ ਇਜ਼ ਕੈਸਲ ਵੋਰਿਚ ਔਰ ਇਹ ਜਿਹੜਾ ਕੈਸਲ ਹੈ ਇੱਥੇ ਚੱਲ ਕੇ ਜਾਣਾ ਪੈਂਦਾ ਹੈ ਇਸ ਟ੍ਰੇਲ ਦੇ ਥਰੂ ਹਾਈਕਿੰਗ ਵਾਂਗੂ ਹੈ ਕਾਫੀ ਦੂਰ ਦਿਖ ਰਿਹਾ ਸੀ ਬਿਲਕੁਲ ਅਗਲੀ ਪਹਾੜੀ ਦੀ ਚੋਟੀ ਤੇ ਉਹ ਉੱਪਰ ਛੋਟੀ ਜਿਹੀ ਜਿਹੜੀ ਜਗ੍ਹਾ ਹੈ ਨਾ ਉੱਥੇ ਤੱਕ ਪਹੁੰਚਣਾ ਹੈ ਕੈਸਲ ਵੋਰਿਚ ਜਿਹੜਾ ਹੈ ਇਹਨੂੰ ਮੰਨਦੇ ਹੈ ਕਿ ਇਹ ਕਰੀਬਨ 1000 ਸਾਲ ਪੁਰਾਣਾ ਹੈ ਹਾਲਾਂਕਿ ਇਹਦੀ ਕੋਈ ਕਨਫਰਮੇਸ਼ਨ ਨਹੀਂ ਹੈ ਔਰ ਇਹ ਵੀ ਮੰਨਦੇ ਹੈ ਕਿ ਇਹ ਜਿਹੜੀ ਇਹਦੇ ਥੱਲੇ ਨਾ caves ਸੀ ਜਿੱਥੇ they were previously being inhabited by ਮੈਕੇ clan ਇਸ ਕੈਸਲ ਵਿੱਚ ਮੰਨਦੇ ਹੈ ਕਿ 2 ਫਲੋਰ ਹੁੰਦੇ ਸੀ ਔਰ ਇੱਕ ਐਟਿਕ ਵੀ ਹੁੰਦੀ ਸੀ ਔਰ ਜਿਹੜਾ ਨੀਚੇ ਵਾਲਾ ਫਲੋਰ ਸੀ ਉੱਥੇ ਸਟੇਬਲ ਸੀ ਹਾਰਸਸ ਤੇ ਕੈਟਲ ਰਹਿੰਦੇ ਸੀ ਔਰ ਉੱਪਰ ਵਾਲੇ ਫਲੋਰ ਤੇ ਲੇਕਿਨ ਜਾਣ ਲਈ ਨਾ ਕੋਈ ਸਟੇਅਰਸ ਨਹੀਂ ਹੁੰਦੀਆਂ ਸੀ ਔਰ ਇੱਕ ਰਿਮੂਵੇਬਲ ਲੈਡਰ ਲਾਉਂਦੇ ਸੀ ਵੈਸੇ ਫਾਇਰ ਪਲੇਸ ਵੀ ਸੀ ਵਿੰਡੋ ਵੀ ਸੀ ਲੇਕਿਨ ਉਹ ਐਟ ਦਿਸ ਪੁਆਇੰਟ ਸਭ ਕੋਲੈਪਸ ਕਰ ਚੁੱਕੀ ਹੈ 2017 ਵਿੱਚ ਇਸ ਕੈਸਲ 'ਚ ਇਹ ਸਪਾਇਰਲ ਜਿਹੜੀ ਹੈ ਸਟੇਅਰਕੇਸ ਇਹ ਬਣਾਈ ਗਈ ਸੀ ਤਾਂ ਕਿ ਵਿਜ਼ਿਟਰਸ ਜਿਹੜੇ ਇੱਥੇ ਤੱਕ ਆਉਣ ਉਹ ਉੱਪਰੋਂ ਹਾਇਰ ਇੱਕ ਵਿਊ ਮਿਲ ਸਕੇ ਆਫ ਦ ਸਰਾਊਂਡਿੰਗ proper area and especially of the mountains Ben Loyal and Ben Hope ਇੱਥੇ ਤੱਕ ਪਹੁੰਚ ਜਾਣਾ ਸਾਨੂੰ ਇੱਕ ਅਚੀਵਮੈਂਟ ਲੱਗ ਰਹੀ ਸੀ ਵੈਸੇ ਸਰਦੀ ਬਹੁਤ ਜ਼ਿਆਦਾ ਸੀ ਹਵਾ ਬਹੁਤ ਜ਼ਿਆਦਾ ਸੀ ਬਟ ਆਈ ਥਿੰਕ ਇਨ ਦੀ ਐਂਡ ਇਟ ਵਾਜ਼ ਵਰਥ ਇਟ ਕਿਉਂਕਿ ਆਸ-ਪਾਸ ਦੀ ਜਿਹੜੀ ਬਿਊਟੀ ਇਸ ਹਾਈ ਪੁਆਇੰਟ ਤੋਂ ਨਜ਼ਰ ਆਉਂਦੀ ਹੈ ਇਹ ਸ਼ਾਇਦ ਨੀਚੇ ਲੈਂਡ ਤੇ ਨਹੀਂ ਦਿਸ ਸਾਰੀ ਖੂਬਸੂਰਤੀ ਨੂੰ ਆਪਣੇ ਦਿਲ 'ਚ ਔਰ ਕੈਮਰੇ 'ਚ ਕੈਦ ਕਰਕੇ ਹੁਣ ਟਾਈਮ ਹੋ ਚੁੱਕਾ ਹੈ ਵਾਪਸ ਕਾਰ ਪਾਰਕ ਤੱਕ ਜਾਣ ਦਾ ਬੜਾ ਸਟੀਪ ਸੀ ਔਰ ਇਸ ਲਈ ਤੇ ਸਾਨੂੰ ਅਚੀਵਮੈਂਟ ਲੱਗ ਰਹੀ ਸੀ ਔਰ ਵੈਸੇ ਸਨੋ ਨੇ ਚੀਜ਼ਾਂ ਹੋਰ ਜ਼ਿਆਦਾ ਡੇਂਜਰਸ ਕੀਤੀਆਂ ਹੋਈਆਂ ਸੀ ਬਟ ਵੀ ਰੀਅਲੀ ਇੰਜੋਇਡ ਇਟ ਬਿਕਾਜ਼ ਵੀ ਵਰ ਆਲ ਟੁਗੇਦਰ ਕੋਈ ਵੀ ਰੈਸਟੋਰੈਂਟ ਸਾਨੂੰ ਆਲੇ ਦੁਆਲੇ ਨਹੀਂ ਮਿਲਿਆ ਕਾਰ 'ਚ ਬੈਠ ਕੇ ਹੀ ਅਸੀਂ ਸਮੋਸੇ ਖਾਧੇ ਔਰ ਦ ਜਰਨੀ ਕੰਟੀਨਿਊਜ਼ ਐਂਡ ਔਨ ਅ ਵੇ ਟੂ ਦ ਨੈਕਸਟ ਸਟਾਪ ਅਗਲਾ ਸਟਾਪ ਸਾਡਾ ਸੀ ਸੈਨਗੋ ਬੇ ਬੀਚ ਵਿਚ ਵਾਜ਼ ਸਪੈਕਟੈਕੂਲਰ
ਕਿਉਂਕਿ ਠੰਡ ਇੰਨੀ ਜ਼ਿਆਦਾ ਸੀ, ਹਵਾ ਇੰਨੀ ਜ਼ਿਆਦਾ ਚੱਲ ਰਹੀ ਸੀ, ਜ਼ਿਆਦਾ ਦੇਰ ਨਹੀਂ ਰੁਕ ਪਾਏ ਉੱਥੇ। ਸੋ ਕੁਇਕਲੀ ਥੋੜ੍ਹੀਆਂ ਜਿਹੀਆਂ ਪਿਕਚਰਸ ਲਈਆਂ ਔਰ ਵੀਡੀਓ ਬਣਾਈ ਐਂਡ ਆਫ ਵੀ ਲੈਫਟ। ਬੀਚ ਤੋਂ ਕੁਝ ਮਿੰਟ ਦੀ ਡਰਾਈਵ ਤੋਂ ਬਾਅਦ ਹੀ ਅਸੀਂ ਪਹੁੰਚ ਗਏ ਸਮੂਗ ਕੇਵਸ, ਵਿਚ ਆਰ ਵੈਰੀ ਯੂਨੀਕ ਹੇਅਰ ਇਨ ਸਕਾਟਲੈਂਡ ਇਨ ਬ੍ਰਿਟਨ। ਇਹ ਜਿਹੜੇ ਕੇਵਸ ਹੈ, ਇਹਨਾਂ ਦਾ ਨਾਮ ਜਿਹੜਾ ਡਿਰਾਈਵ ਹੋਇਆ ਹੈ ਫਰੋਮ ਸਮੂਗਾ, ਵਿਚ ਮੀਨਸ ਅ ਹੋਲ ਔਰ ਅ ਹਾਈਡਿੰਗ ਪਲੇਸ। Present day cave is 83 meters long and the waterfall inside the cave looks spectacular, really beautiful. Around 40 minutes ਦੀ drive to baad from the caves, we reached this very beautiful place called Balnakil Craft Village. ਇਹ ਜਿਹੜੀ ਜਗ੍ਹਾ ਹੈ ਇਹ ਬਲਨਾਕੀਲ ਹੈ ਔਰ 1970s ਤੱਕ ਇੱਥੇ ਇੱਕ ਅਨਯੂਜ਼ਡ ਮਿਲਟਰੀ ਕੈਂਪ ਸੀ, ਜਿਹਨੂੰ ਕਮਿਊਨਿਟੀ ਜਿਹੜੀ ਹੈ ਕ੍ਰੀਏਟਿਵ ਲੋਕਾਂ ਦੀ, ਕਰਾਫਟਸਮੈਨ ਐਂਡ ਆਰਟਿਸਟ, ਉਹਨਾਂ ਨੇ ਇਹਨੂੰ ਚੇਂਜ ਕਰ ਦਿੱਤਾ, ਤਬਦੀਲ ਕਰ ਦਿੱਤਾ ਇਨਟੂ ਦਿਸ ਕਰਾਫਟ ਵਿਲੇਜ ਵਿਚ ਹੈਜ਼ ਗੋਟ ਆਰਟ ਗੈਲਰੀ ਐਂਡ ਲੋਟਸ ਆਫ ਅਦਰ ਪੋਟਰੀ ਆਈਟਮ। ਆਫਟਰ ਦ ਕਰਾਫਟਸ ਵਿਲੇਜ the journey continues ਔਰ ਹੁਣ ਅਸੀਂ ਚੱਲ ਪਏ ਹਾਂ ਟੂਵਰਡਸ ਆਰ ਫਾਈਨਲ ਡੈਸਟੀਨੇਸ਼ਨ ਆਫ ਦ ਡੇ, ਯਾਨੀ ਅੱਜ ਦੇ ਸਾਡੇ Airbnb ਦੇ ਵੱਲ। ਸੋਚ ਰਹੇ ਸੀ ਕਿ Airbnb ਜਾ ਕੇ ਅਸੀਂ ਖਾਣਾ ਕੀ ਹੈ। ਸੋ ਇਸ ਪਿੰਡ 'ਚੋਂ ਗੁਜ਼ਰਦੇ ਹੋਏ ਸਾਨੂੰ ਇੱਕ ਦੁਕਾਨ ਨਜ਼ਰ ਆਈ, ਬਿਕੋਜ਼ ਰਿਮੋਟ ਏਰੀਆ ਹੈ, ਇਸ ਕਰਕੇ ਜ਼ਿਆਦਾ ਸ਼ਾਪਸ ਔਰ ਵਿਲੇਜਸ ਕੋਈ ਸੀ ਨਹੀਂ। ਦਿਸ ਪਲੇਸ ਇਜ਼ ਕਾਲਡ ਸਕੂਰੀ ਔਰ ਸਾਨੂੰ ਇਸ ਦੁਕਾਨ ਤੋਂ ਆਪਣੇ ਅਸੈਂਸ਼ੀਅਲਸ ਲੈਣੇ ਪਏ ਫॉर ਆਰ ਡਿਨਰ ਟੂਨਾਈਟ। After around 20 minutes drive from that shop, ਅਸੀਂ ਪਹੁੰਚ ਗਏ ਹਾਂ ਆਪਣੇ ਅੱਜ ਦੇ Airbnb, ਜੋ ਹੈ ਇਸ ਪ੍ਰਾਈਵੇਟ estate ਦੇ ਵਿੱਚ। ਔਰ it looked very exciting and interesting, and ਜਦੋਂ ਇਹ ਕਾਟੇਜ ਦੇਖਿਆ ਤੇ ਹੋਰ ਵੀ ਜ਼ਿਆਦਾ ਇੰਟਰਸਟ ਹੋਇਆ ਕਿ ਅੰਦਰ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਏਗਾ। and it was amazingly beautiful ਔਰ ਖੂਬਸੂਰਤੀ ਇੰਨੀ ਜ਼ਿਆਦਾ ਕਿ ਇਹ ਇਸ ਛੋਟੀ ਜਿਹੀ ਵੀਡੀਓ ਦੇ ਵਿੱਚ ਕੈਪਚਰ ਨਹੀਂ ਹੋ ਸਕਦੀ ਹੈ। ਐਂਡ ਟਮੋਰੋ ਆਈਲ ਸ਼ੋ ਯੂ ਅਰਾਊਂਡ ਜਦੋਂ ਪ੍ਰੋਪਰ ਡੇ ਲਾਈਟ ਦੇ ਵਿੱਚ। ਸੋ ਹੇਅਰ ਵੀ ਐਂਟਰ ਐਂਡ ਦਿਸ ਇਜ਼ ਦ ਲਿਵਿੰਗ ਰੂਮ ਐਂਡ ਦੀ ਓਪਨ ਪਲਾਨ ਕਿਚਨ ਐਂਡ ਦ ਡਾਈਨਿੰਗ ਰੂਮ। ਔਰ ਇੰਨਾ ਜ਼ਿਆਦਾ ਬਿਊਟੀਫੁਲ ਸੀ, ਇੱਕਦਮ ਦੇਖ ਕਰ ਦਿਲ ਖੁਸ਼ ਹੋ ਗਿਆ। ਔਰ ਅਸੀਂ ਜਦੋਂ ਇਹਨੂੰ ਪ੍ਰੋਪਰਲੀ ਐਕਸਪਲੋਰ ਕੀਤਾ, ਇਹਦੇ ਸਾਰੇ ਫੀਚਰਸ ਨੂੰ ਸਮਝਿਆ ਔਰ ਬਾਹਰ ਦੇਖੋ, ਇਹ ਇੱਥੋਂ ਬਿਲਕੁਲ ਪੂਰਾ ਸਮੁੰਦਰ ਦਿਸਦਾ ਹੈ। ਔਰ ਕਿਉਂਕਿ ਸਨੋ ਪੈ ਰਹੀ ਹੈ, ਹਾਲੇ ਬਾਹਰ ਤਾਂ ਨਹੀਂ ਜਾ ਕੇ ਦੇਖਿਆ, ਬਟ ਅੰਦਰ ਇਹਦੀ ਬਿਊਟੀ ਜਿਹੜੀ ਹੈ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਡਿਫਿਕਲਟ ਹੈ। ਇੰਟੀਰੀਅਰ ਇਸ ਜਗ੍ਹਾ ਦਾ ਬੜਾ ਯੂਨੀਕ ਹੈ ਔਰ ਜਿਹੜਾ ਕਿਚਨ ਦਾ ਲੇਆਊਟ ਹੈ ਔਰ ਉੱਪਰ ਜਿਹੜੀ ਗਲਾਸ ਸੀਲਿੰਗ ਹੈ ਔਰ ਜੋ ਬਾਹਰ ਦਾ ਜਿਹੜੀ ਵਿਊ ਹੈ ਉਹ ਬੜਾ ਕਮਾਲ ਦਾ ਹੈ। ਵੈਸੇ ਕਿਚਨ ਇੰਨੀ ਅੱਛੀ ਹੋਏ, ਇੰਨੀ ਸੋਹਣੀ ਹੋਏ ਤੇ ਬੰਦਾ ਸਾਰਾ ਦਿਨ ਕੁਕਿੰਗ ਹੀ ਕਰਦਾ ਰਹੇ। ਔਰ ਬਾਹਰ ਦਾ ਨਜ਼ਾਰਾ ਅਗਰ ਇੱਦਾਂ ਦਾ ਹੋਏ ਤੇ ਕਦੀ ਕੋਈ ਕੰਮ ਤੇ ਨਾ ਜਾਏ, ਸਿਰਫ ਇੱਥੇ ਕੋਜ਼ੀ ਜਿਹੀ ਜਗ੍ਹਾ ਵਿੱਚ ਰਹੇ, ਹੈ ਨਾ। ਬਹੁਤ ਜ਼ਿਆਦਾ ਖੂਬਸੂਰਤ ਸੀ। ਸੋ ਆਈ ਥੋਟ ਕਿ ਹੁਣ ਸਮਾਨ ਅੰਦਰ ਆ ਗਿਆ ਤਾਂ ਸਭ ਤੋਂ ਪਹਿਲਾਂ ਇਹ ਕਰਨਾ ਚਾਹੀਦਾ ਹੈ ਕਿ ਗਰਮ ਗਰਮ ਚਾਹ ਪੀਏ ਇਸ ਮੌਸਮ ਦੇ ਵਿੱਚ। ਪਕੌੜੇ ਤੇ ਨਹੀਂ ਹੈ ਇੱਥੇ। The cutlery, crockery, mugs, plates, everything was so well placed. ਆਪਣੀ ਇੰਨੀ ਪ੍ਰੋਪਰ ਜਗ੍ਹਾ 'ਤੇ ਸੀ ਸਭ ਕੁਛ। ਸੋ the first thing I tried was ਕਿ ਪਹਿਲਾਂ ਕਿਚਨ ਨੂੰ ਅੱਛੀ ਤਰ੍ਹਾਂ ਸਮਝ ਲਿਆ ਜਾਏ, ਕਿਉਂਕਿ ਇੱਥੇ ਰਾਤ ਦਾ ਖਾਣਾ ਬਣਨਾ ਹੈ ਹੁਣ। ਐਂਡ ਵਿੰਡੋਜ਼ ਜਿਹੜੀਆਂ ਹਰ ਔਰ ਸੀ ਨਾ, ਉਹਦੀ ਖੂਬਸੂਰਤੀ ਨੂੰ ਹੋਰ ਵੀ ਦੁੱਗਣਾ ਕਰ ਰਹੀਆਂ ਸੀ। ਇੰਨੀ ਦੇਰ ਵਿੱਚ the owner of this place visited and tried explaining all the things to us. After dinner, ਹੁਣ ਹੈ movie time, family time. So time to say goodbye to all of you. Good night.